हेलो गाइस, वेलकम टू माय चैनल गुरसाज कोचिंग क्लासेस। आई होप गाइस वेल। गाइस ਅੱਜ ਦੀ ਵੀਡੀਓ ਵਿੱਚ ਆਪਾਂ ਪੂਰਵ ਮੁੱਢਲੀ ਸਿੱਖਿਆ ਦੇ ਬਾਰੇ ਪੜਾਂਗੇ। ਗਾਇਸ ਪਹਿਲਾਂ ਵਾਲੀ ਵੀਡੀਓ ਆਪਾਂ 3 ਪਾਰਟਸ ਪਬਲਿਸ਼ ਕਰ ਚੁੱਕੇ ਆ। ਅਗਰ ਤੁਸੀਂ ਪਹਿਲਾਂ ਵਾਲਾ ਜੋ ਫਰਸਟ ਚੈਪਟਰ ਆ ਉਹ ਨਹੀਂ ਲਰਨ ਕੀਤਾ ਜਾਂ ਨਹੀਂ ਦੇਖੀ ਵੀਡੀਓ, ਤੁਸੀਂ ਇਸ ਵੀਡੀਓ ਤੇ ਡਿਸਕ੍ਰਿਪਸ਼ਨ 'ਚ ਜਾ ਕੇ ਪਲੇਲਿਸਟ ਚੈੱਕ ਕਰ ਸਕਦੇ ਹੋ, ਜਿਹਦੇ ਵਿੱਚ ਪਹਿਲੇ ਜੋ 3 ਪਾਰਟਸ ਨੇ ਆਪਣੀ ਵੀਡੀਓਜ਼ ਦੇ ਉਹ ਤੁਹਾਨੂੰ ਮਿਲ ਜਾਣਗੇ। ਤੇ ਤੁਸੀਂ ਪਲੀਜ਼ ਉਹ ਵੀਡੀਓਜ਼ ਵੀ ਚੈੱਕ ਕਰਿਓ ਤਾਂ ਜੋ ਪਹਿਲਾਂ ਵਾਲਾ ਜੋ ਆਪਾਂ ਫਰਸਟ ਚੈਪਟਰ ਕੰਪਲੀਟ ਕੀਤਾ ਉਹਦੀ ਸਟੱਡੀ ਵੀ ਤੁਸੀਂ ਕੰਪਲੀਟ ਕਰ ਲਓ। सो गया गाइज, अगर कोई डाउट रहता तो प्लीज कमेंट करके दस दियो। अगर फर्स्ट टाइम आए चैनल तो चैनल सब्सक्राइब जरूर करियो। गाइज ये सीरीज अपने को एनटीटी एग्जाम दी एनटीटी गवर्नमेंट एग्जाम दी प्रिपरेशन दे रिगार्डिंग ਉਹਦੇ ਵਿੱਚ ਆਪਣੇ ਕੋਲ ਸੈਕੰਡ ਚੈਪਟਰ ਪੂਰਵ ਮੁੱਢਲੀ ਸਿੱਖਿਆ ਆਪਣੇ ਕੋਲ ਕੀ ਹੁੰਦੀ ਹੈ ਜੀ, ਇਹਦੀ ਇੰਟਰੋਡਕਸ਼ਨ ਜਾਂ ਫਿਰ ਆਪਣੇ ਕੋਲ ਸਟਾਰਟਿੰਗ ਦੇ ਪੁਆਇੰਟਸ ਪੜਾਂਗੇ ਆਪਾਂ, ਕਦੋਂ ਤੋਂ ਸਟਾਰਟ ਹੋਈ ਹੈ, ਕਿਵੇਂ ਸਟਾਰਟ ਹੋਈ ਹੈ ਜੀ। ਉਸ ਤੋਂ ਬਾਅਦ ਫਿਰ ਆਪਾਂ ਮੀਨਿੰਗ, ਡੈਫੀਨੇਸ਼ਨ, ਫੰਕਸ਼ਨ, ਇੰਪੋਰਟੈਂਸ ਆਫ ਪ੍ਰੀ ਪ੍ਰਾਇਮਰੀ ਐਜੂਕੇਸ਼ਨ, ਇਹਦੇ ਸਾਰੇ ਬਾਰੇ ਆਪਾਂ ਮੀਨਿੰਗ ਨੈਕਸਟ ਜੋ ਆਪਣੇ ਪਾਰਟਸ ਹੁੰਦੇ ਰਹਿਣਗੇ ਉਹਦੇ ਵਿੱਚ ਪੜਾਂਗੇ। ਅੱਜ ਆਪਾਂ ਜੋ ਕੰਪਲੀਟ ਕਰ ਰਹੇ ਹਾਂ ਇਹਦਾ ਮੀਨਿੰਗ ਤੇ ਡੈਫੀਨੇਸ਼ਨ ਕੰਪਲੀਟ ਕਰ ਰਹੇ ਹਾਂ। जो डेफिनेशन होंगी अपने को राइटर्स के अकॉर्डिंग होंगी। देखो जिवें अरस्तु हो गया, प्लेटो हो गया, अपने को अलग अलग अपने को राइटर्स ने इन्हां दी अकॉर्डिंग आपां स्टार्टअप करांगे ते इन्हां दी जिहड़ी अपने को प्रक्रिया वा किहड़ी-किहड़ी होगी ਉਹਦੇ ਬਾਰੇ ਆਪਾਂ ਇਸ ਵੀਡੀਓ ਦੇ ਵਿੱਚ ਆਪਾਂ ਪੜਾਂਗੇ। ਤੇ ਦੇਖਦੇ ਹਾਂ ਗਾਇਸ, ਆਪਾਂ ਵੀਡੀਓ ਆਪਣੀ ਸਟਾਰਟ ਕਰਦੇ ਹਾਂ ਜੀ। ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ। ਪੂਰਵ ਮੁੱਢਲੀ ਸਿੱਖਿਆ ਦੇ ਜਨਮਦਾਤਾ ਜਰਮਨੀ ਦੇ ਪ੍ਰਸਿੱਧ ਸਿੱਖਿਆ ਸ਼ਾਸਤਰੀ ਫਾਰਮੇਨ ਮੰਨੇ ਜਾਂਦੇ ਹਨ। ਆਪ ਨੇ ਸਨ 1837 ਈਸਵੀ ਵਿੱਚ ਬਲੋਕਨਵਰਗ ਨਾਮਕ ਪਿੰਡ ਵਿੱਚ ਪਹਿਲਾ ਪੂਰਵ ਮੁੱਢਲਾ ਸਕੂਲ ਅਤੇ ਬਾਲ ਕੇਂਦਰ ਦੀ ਸਥਾਪਨਾ ਕਰਕੇ ਪੂਰਵ ਮੁੱਢਲੇ ਸਿੱਖਿਆ ਨੂੰ ਜਨਮ ਦਿੱਤਾ। ਗਾਇਸ ਇਹ ਲਾਈਨ ਅੰਡਰਲਾਈਨ ਕਰ ਲਿਓ ਜਾਂ ਕਿਤੇ ਲਿਖ ਕੇ ਰੱਖ ਲਿਓ, ਨੋਟਸ ਬਣਾ ਲਿਓ ਜੀ। ਮੋਸਟ ਇੰਪੋਰਟੈਂਟ ਲਾਈਨ ਆ, ਤੁਹਾਨੂੰ ਐਮਸੀਕਿਊਜ਼ ਦੇ ਵਿੱਚ ਬਣ ਸਕਦਾ। ਆਪ ਨੇ ਇਸ ਤਰ੍ਹਾਂ ਦੇ 16 ਹੋਰ ਸਕੂਲਾਂ ਦੀ ਵੀ ਸਥਾਪਨਾ ਕੀਤੀ। ਕਿੰਨੇ ਸਕੂਲ ਦੀ ਸਥਾਪਨਾ ਕੀਤੀ ਸੀ? 16 ਹੋਰ ਸਕੂਲਾਂ ਦੀ। ਇਹਨਾਂ ਸਕੂਲਾਂ ਵਿੱਚ ਘੱਟੋ ਘੱਟ 4 ਸਾਲ ਦੇ ਬੱਚੇ ਨੂੰ ਦਾਖਲਾ ਦਿੱਤਾ ਜਾਂਦਾ ਸੀ। ਤਾਂ ਇਹ ਪੁੱਛਿਆ ਜਾ ਸਕਦਾ ਕਿ ਕਿੰਨੇ ਸਾਲ ਦੇ ਬੱਚੇ ਨੂੰ ਦਾਖਲਾ ਮਿਲਦਾ ਸੀ, ਤਾਂ ਉਹ ਕੀ ਆਊਗਾ ਆਨਸਰ? 4 ਸਾਲ ਦੇ ਬੱਚੇ ਨੂੰ। ਅਤੇ ਜਿਨ੍ਹਾਂ ਨੂੰ ਖੇਡਾਂ ਦੇ ਮਾਧਿਅਮ ਰਾਹੀਂ ਆਚਰਣ ਸੰਬੰਧੀ ਗਿਆਨ ਦੇ ਨਾਲ ਨਾਲ ਪੁਸਤਕੀ ਗਿਆਨ ਵੀ ਮਨੋਵਿਗਿਆਨਿਕ ਢੰਗ ਨਾਲ ਪ੍ਰਦਾਨ ਕੀਤਾ ਜਾਂਦਾ ਸੀ। ਫਾਲਮੇਲ ਤੋਂ ਬਾਅਦ 19ਵੀਂ ਸਦੀ ਦੇ ਅੰਤ ਵਿੱਚ ਕੁਮਾਰੀ ਮਾਰਗਰੇਟ ਮੈਕਮਿਲਨ ਦੇ ਸ਼ਿਸ਼ੂ ਸਲਾਮਾਂ ਦਾ ਆਯੋਜਨ ਕੀਤਾ, ਜਿਨ੍ਹਾਂ ਵਿੱਚ 2 ਤੋਂ 4 ਸਾਲ ਦੀ ਉਮਰ ਤੱਕ ਬੱਚਿਆਂ ਨੂੰ ਦਾਖਲਾ ਦਿੱਤਾ ਜਾਂਦਾ ਸੀ। 20ਵੀਂ ਸ਼ਤਾਬਦੀ ਦੇ ਸ਼ੁਰੂ ਵਿੱਚ ਇਟਲੀ ਵਿੱਚ ਡਾਕਟਰ ਮੇਰੀਆ ਮੌਨਸਟੇਟਰੀ ਦੇ ਬਾਲ ਸਿੱਖਿਆ ਕੇਂਦਰ ਦੀ ਸਥਾਪਨਾ ਕੀਤੀ, ਜਿਨ੍ਹਾਂ ਵਿੱਚ ਛੋਟੀ ਉਮਰ ਦੇ ਬੱਚਿਆਂ ਨੂੰ ਵੱਖ-ਵੱਖ ਸਾਧਨਾਂ ਦੀ ਸਹਾਇਤਾ ਨਾਲ ਸਿੱਖਿਆ ਦਿੱਤੀ ਜਾਂਦੀ ਸੀ। ਇਹ ਗਾਇਸ ਜਿਹਨੇ ਲਾਈਨਸ ਮੈਂ ਰੀਡ ਕਰਾ ਰਹੀ ਹਾਂ ਤਾਂ ਮੋਸਟ ਇੰਪੋਰਟੈਂਟ ਲਾਈਨਸ ਨੇ। ਜਿਹੜੀ ਚੀਜ਼ ਤੁਹਾਨੂੰ ਲੱਗਦੀ ਹੈ ਵੀ ਹਾਂ ਇਹ ਮੈਨੂੰ ਆ ਸਕਦੀ ਹੈ, ਪਲੀਜ਼ ਉਹਨੂੰ ਰਿਟਨ ਕਰ ਲਿਓ ਜਾਂ ਫਿਰ ਆਪਣੇ ਕੋਲ ਕਿਤੇ ਨੋਟਸ ਬਣਾ ਕੇ ਰੱਖ ਸਕਦੇ ਹੋ। ਇਸ ਤਰ੍ਹਾਂ ਜਰਮਨੀ ਦੇ ਕਿੰਡਰਗਾਰਟਨ, ਇੰਗਲੈਂਡ ਦੇ ਨਰਸਰੀ ਸਕੂਲਾਂ ਵਿੱਚ, ਇਟਲੀ ਦੇ ਮੌਨਸਟਰੀ ਸਕੂਲਾਂ ਵਿੱਚ ਸ਼ਿਸ਼ੂ ਸਿੱਖਿਆ ਦੇ ਮਹੱਤਵ ਅਤੇ ਸਰੂਪ ਨੂੰ ਸੰਪੂਰਨ ਸੰਸਾਰ ਵਿੱਚ ਨਵਾਂ ਆਯਾਮ ਪ੍ਰਦਾਨ ਕੀਤਾ ਅਤੇ ਨਵੀਆਂ ਦਿਸ਼ਾਵਾਂ ਦੀ ਤਰਫ ਭੇਜਿਆ। ਭਾਰਤ ਵਿੱਚ ਮੁੱਢਲੀ ਸਿੱਖਿਆ ਦੀ ਸ਼ੁਰੂਆਤ ਕਰਨਾ ਅਤੇ ਸ਼ਿਸ਼ੂ ਵਿਦਿਆਲਿਆਂ ਨੂੰ ਲੋਕਪ੍ਰਿय ਬਣਾਉਣ ਦਾ ਸਿਹਰਾ ਈਸਾਈ ਮਿਸ਼ਨਰੀਆਂ ਨੂੰ ਪ੍ਰਾਪਤ ਹੈ। ਸਾਲ 1939 ਤੋਂ 40 ਵਿੱਚ ਡਾਕਟਰ ਮੌਨਸਟਰੀ ਦੇ ਭਾਰਤ ਆਉਣ ਤੇ ਪੂਰਵ ਮੁੱਢਲੀ ਸਿੱਖਿਆ ਨੂੰ ਵਿਸ਼ੇਸ਼ ਤੌਰ ਤੇ ਬਲ ਮਿਲਿਆ ਅਤੇ ਉਸ ਸਮੇਂ ਤੋਂ ਹੀ ਭਾਰਤੀਆਂ ਨੇ ਇਸ ਸਿੱਖਿਆ ਪ੍ਰਤੀ ਪੂਰੀ ਤਰ੍ਹਾਂ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਪੂਰਵ ਮੁੱਢਲੀ ਸਿੱਖਿਆ ਦੇ ਬਲ ਆਜ਼ਾਦੀ ਤੋਂ ਪਹਿਲਾਂ ਬਹੁਤ ਘੱਟ ਧਿਆਨ ਦਿੱਤਾ ਜਾਂਦਾ ਸੀ ਅਤੇ ਉਸ ਨੂੰ ਰਾਜ ਦੀ ਜ਼ਿੰਮੇਵਾਰੀ ਵੀ ਨਹੀਂ ਸਮਝਿਆ ਜਾਂਦਾ ਸੀ। ਸਾਡੇ ਸਿੱਖਿਆ ਦੇ ਇਤਿਹਾਸ ਵਿੱਚ ਪਹਿਲੀ ਵਾਰ ਕੇਂਦਰੀ ਸਿੱਖਿਆ ਸਲਾਹਕਾਰ ਬੋਰਡ ਵਿੱਚ ਜੰਗੀ ਪੱਧਰ ਤੇ ਸਿੱਖਿਆ ਵਿਕਾਸ ਦੇ ਸੰਬੰਧੀ ਰਿਪੋਰਟ ਵਿੱਚ ਇਸ ਦੇ ਮਹੱਤਵ ਤੇ ਜ਼ੋਰ ਦਿੱਤਾ ਗਿਆ। ਪੂਰਵ ਮੁੱਢਲੀ ਸਿੱਖਿਆ ਦੀ ਚੰਗੀ ਵਿਵਸਥਾ ਰਾਸ਼ਟਰੀ ਸਿੱਖਿਆ ਪ੍ਰਣਾਲੀ ਦਾ ਇੱਕ ਜ਼ਰੂਰੀ ਅੰਗ ਮੰਨਿਆ ਜਾਣਾ ਚਾਹੀਦਾ ਹੈ। ਆਜ਼ਾਦੀ ਪ੍ਰਾਪਤੀ ਤੋਂ ਬਾਅਦ ਮੁੱਢਲੀ ਸਿੱਖਿਆ ਦੇ ਲੋਕਪ੍ਰਿਅਤਾ ਤੇਜ਼ੀ ਨਾਲ ਵਧਦੀ ਜਾ ਰਹੀ ਹੈ। ਸਾਡੇ ਦੇਸ਼ ਵਿੱਚ ਅੱਜਕੱਲ੍ਹ ਨਰਸਰੀ ਸਕੂਲਾਂ ਦੀ ਮੰਗ ਸ਼ਹਿਰੀ ਅਤੇ ਪੇਂਡੂ ਖੇਤਰਾਂ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ। ਜ਼ਿਆਦਾਤਰ ਸਕੂਲ ਪ੍ਰਾਇਮਰੀ ਸਕੂਲਾਂ ਦੀ ਰੂਪਰੇਖਾ ਅਨੁਸਾਰ ਹੀ ਹਨ। ਇਸ ਤਰ੍ਹਾਂ ਦੀ ਤਤਪਰਤਾ ਪ੍ਰਾਇਮਰੀ ਸਕੂਲਾਂ ਦੁਆਰਾ ਤੱਕ ਕਰ ਦਿੱਤੀ ਗਈ। ਇਹ ਸਿੱਖਿਆ ਉਹਨਾਂ ਨੂੰ ਅਗੇਲੀ ਸਿੱਖਿਆ ਵਿੱਚ ਸਹਾਈ ਹੁੰਦੀ ਹੈ। ਤੇ ਗਾਇਸ ਦੇਖੋ ਹੁਣ ਜਿੰਨਾ ਆਪਾਂ ਰੀਡ ਆਊਟ ਕੀਤਾ ਇਹਦੇ ਵਿੱਚ ਪੂਰਵ ਮੁੱਢਲੀ ਸਿੱਖਿਆ ਦਾ ਉਹਨਾਂ ਨੇ ਸਟਾਰਟਿੰਗ ਪੁਆਇੰਟਸ ਬਤਾਏ ਨੇ ਵੀ ਕਦੋਂ ਦੀ ਸਟਾਰਟ ਕੀਤੀ ਗਈ ਹੈ, ਕਿਵੇਂ ਸਟਾਰਟ ਹੋਈ ਹੈ, ਕਿਵੇਂ ਡਿਵੈਲਪ ਹੋਈ ਹੈ। ਤਾਂ ਇਹ ਚੀਜ਼ ਤੁਸੀਂ ਜ਼ਰੂਰ ਧਿਆਨ ਨਾਲ ਪੜ੍ਹਨੀ ਹੈ। ਪੂਰਵ ਮੁੱਢਲੀ ਸਿੱਖਿਆ ਦਾ ਅਰਥ ਆਪਾਂ ਦੇਖਦੇ ਹਾਂ ਜੀ। ਆਜ਼ਾਦੀ ਪ੍ਰਾਪਤੀ ਤੋਂ ਬਾਅਦ ਸਿੱਖਿਆ ਦੇ ਖੇਤਰ ਵਿੱਚ ਸਭ ਤੋਂ ਮਹੱਤਵਪੂਰਨ ਤੱਤ ਪੂਰਵ ਮੁੱਢਲੀ ਸਿੱਖਿਆ ਦੇ ਪ੍ਰਸਾਰ ਦੇ ਪ੍ਰਤੀ ਸ਼ਾਸਕੀ ਜਾਗਰੂਕਤਾ ਸੀ। ਇਸ ਦੇ ਪ੍ਰਸਾਰ ਵਿੱਚ ਸ਼ਾਸਨ ਵਿੱਚ ਵੀ ਜਾਗਰੂਕਤਾ ਆਈ। ਅੱਜ ਸੰਸਾਰ ਦੇ ਸਾਰੇ ਦੇਸ਼ਾਂ ਨੇ ਪੂਰਵ ਮੁੱਢਲੀ ਸਿੱਖਿਆ ਨੂੰ ਪ੍ਰਵਾਨਿਤ ਕੀਤਾ, ਕਿਉਂਕਿ ਲਗਭਗ 4 ਸਾਲਾਂ ਦੀ ਉਮਰ ਤੱਕ ਬਾਲਕ ਦਾ 50% ਬੌਧਿਕ ਵਿਕਾਸ ਪੂਰਨ ਹੋ ਜਾਂਦਾ ਹੈ। ਸਰੀਰਕ ਦ੍ਰਿਸ਼ਟੀ ਤੋਂ ਵੀ ਉਹ ਸਮਰੱਥ ਹੋ ਜਾਂਦਾ ਹੈ। ਸੰਖੇਪ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਉਸਦੇ ਭਾਵੀ ਜੀਵਨ ਦਾ ਨੀਂਹ ਇਸ ਕਾਲ ਵਿੱਚ ਹੀ ਪੈਂਦੀ ਹੈ। ਇਸ ਲਈ ਸਿੱਖਿਆ ਦੇ ਦ੍ਰਿਸ਼ਟੀਕੋਣ ਤੋਂ ਇਸ ਸਮੇਂ ਭਾਰਤ ਦੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਐਜੂਕੇਸ਼ਨ ਲਾਈਨ ਦੇ ਵਿੱਚ ਉਹਨਾਂ ਨੇ ਕਿਹਾ ਵੀ ਜ਼ਿਆਦਾ ਉਹਨਾਂ ਨੂੰ ਡਿਵੈਲਪ ਕਰਨ ਦੀ ਲੋੜ ਆ ਗਈ ਜਾਂ ਨਵੇਂ ਆਪਣੇ ਕੋਲ ਜਿਹੜੀ ਪਾਲਿਸੀਜ਼ ਨੇ ਉਹ ਲੈ ਕੇ ਆਉਣ ਦੀ ਲੋੜ ਆ।
ਉਸ ਤੋਂ ਬਾਅਦ ਆਪਾਂ ਹੁਣ ਦੇਖਦੇ ਹਾਂ ਜੀ ਕਠੋਰੀ ਕਮਿਸ਼ਨ ਦੇ ਅਕੋਰਡਿੰਗ। ਕਠੋਰੀ ਕਮਿਸ਼ਨ ਦੇ ਅਨੁਸਾਰ ਪੂਰਵ ਮੁੱਢਲੇ ਸਕੂਲਾਂ ਦੀ ਸਥਾਪਨਾ ਪਹਿਲਾਂ ਸਮਾਜਿਕ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਹੀ ਕੀਤੀ ਗਈ ਸੀ, ਜਿਵੇਂ ਕਿ ਕੰਮਕਾਜੀ ਔਰਤਾਂ ਦੇ ਬੱਚਿਆਂ ਦੀ ਦੇਖਭਾਲ ਦੇ ਲਈ, ਸ਼ਹਿਰੀ ਪਰਿਵਾਰਾਂ ਦੇ ਛੋਟੇ ਬੱਚਿਆਂ ਦੇ ਲਈ ਜਿਨ੍ਹਾਂ ਦਾ ਵਿਕਾਸ ਛੋਟੇ-ਛੋਟੇ ਫਲੈਟਾਂ ਵਿੱਚ ਸਹੀ ਢੰਗ ਨਾਲ ਨਹੀਂ ਹੋ ਸਕਦਾ। ਉਹ ਇਹ ਸਕੂਲ ਗਰੀਬ ਪਰਿਵਾਰਾਂ ਅਤੇ ਗੰਦੀ ਬਸਤੀਆਂ ਦੇ ਬੱਚਿਆਂ ਦੇ ਆਸ-ਤੋਸ ਦੇ ਮਾਹੌਲ ਦੀ ਕਮੀ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਹਨ। ਜਿਸ ਦੇ ਲਈ ਸਰਕਾਰ ਨੇ ਆਂਗਣਵਾੜੀ ਅਤੇ ਪ੍ਰੌੜ ਸਿੱਖਿਆ ਪ੍ਰੋਗਰਾਮ ਵੀ ਚਲਾਏ ਹਨ। ਕਿਹੜੇ ਪ੍ਰੋਗਰਾਮ ਚਲਾਏ ਨੇ, ਇਹ ਚੀਜ਼ ਤੁਸੀਂ ਰਿਟਨ ਕਰਕੇ ਰੱਖ ਸਕਦੇ ਹੋ। ਹੁਣ ਹਾਲ ਹੀ ਵਿੱਚ ਪੂਰਵ ਮੁੱਢਲੀ ਸਿੱਖਿਆ ਦੇ ਮਹੱਤਵ ਨੂੰ ਜ਼ਿਆਦਾ ਸਮਝਿਆ ਜਾਣ ਲੱਗ ਪਿਆ ਹੈ। ਆਧੁਨਿਕ ਖੋਜਾਂ ਤੋਂ ਇਹ ਸਪਸ਼ਟ ਹੋ ਚੁੱਕਿਆ ਹੈ ਕਿ ਜਿਹੜੇ ਬੱਚੇ ਪੂਰਵ ਮੁੱਢਲੇ ਸਕੂਲਾਂ ਵਿੱਚ ਪੜ੍ਹਦੇ ਹਨ, ਉਹ ਮੁੱਢਲੇ ਪੱਧਰ ਤੇ ਆ ਕੇ ਜ਼ਿਆਦਾ ਤਰੱਕੀ ਕਰਦੇ ਹਨ। ਇੱਥੇ ਗਾਇਸ ਮਿਸਪ੍ਰਿੰਟ ਹੈ ਤੇ ਤਰੱਕੀ ਆਊਗਾ। ਹੁਣ ਪੂਰਵ ਮੁੱਢਲੀ ਸਿੱਖਿਆ ਨੂੰ ਸਾਡੀ ਰਾਸ਼ਟਰੀ ਸਿੱਖਿਆ ਪ੍ਰਣਾਲੀ ਦਾ ਇੱਕ ਦੂਜਾ ਅੰਗ ਵੀ ਸਮਝਿਆ ਜਾਣਾ ਚਾਹੀਦਾ ਹੈ। ਇਸ ਸੰਬੰਧ ਵਿੱਚ 1920 ਵਿੱਚ ਮਹਾਰਾਸ਼ਟਰ ਵਿੱਚ ਨੂਨਤਨ ਬਾਲ ਸੰਘ ਦੀ ਸਥਾਪਨਾ ਹੋਈ। ਤਾਂ ਕਦੋਂ ਹੋਈ ਨੂਨਤਨ ਬਾਲ ਸੰਘ ਦੀ ਸਥਾਪਨਾ, ਕਦੋਂ ਹੋਈ ਹੈਗੀ? 1920 ਵਿੱਚ ਮਹਾਰਾਸ਼ਟਰ ਵਿੱਚ। 1930 ਵਿੱਚ ਜਦੋਂ ਮੈਡਮ ਮੌਂਟੇਸਰੀ ਭਾਰਤ ਆਈ ਤਾਂ ਉਹਨਾਂ ਨੇ ਪ੍ਰਭਾਵ ਦਾ ਮੌਂਟੇਸਰੀ ਸਕੂਲ ਖੋਲ੍ਹੇ। ਇਹਨਾਂ ਸਕੂਲਾਂ ਦੀ ਗਿਣਤੀ ਘੱਟ ਸੀ, ਪਰ ਹੁਣ ਇਹ ਸੰਪੂਰਨ ਭਾਰਤ ਵਿੱਚ ਹਰ ਗਲੀ ਵਿੱਚ ਹਨ। ਡਾਕਟਰ ਐਨੀ ਬੈਸੇਂਟ ਨੇ ਵੀ ਮੌਂਟੇਸਰੀ ਸਕੂਲਾਂ ਦਾ ਵਿਕਾਸ ਕੀਤਾ। 1930 ਦੇ ਅੰਤ ਵਿੱਚ ਮਹਾਤਮਾ ਗਾਂਧੀ ਦੀ ਬੇਸਿਕ ਸਿੱਖਿਆ ਦਾ ਪ੍ਰਸਾਰ ਆਰੰਭ ਹੋਇਆ। ਵਰਧ ਆਸ਼ਰਮ ਵਿੱਚ ਪੂਰਵ ਮੁੱਢਲੀ ਸਿੱਖਿਆ ਦੀ ਵਿਵਸਥਾ ਕੀਤੀ ਗਈ, ਜਿਸ ਵਿੱਚ ਕਰਕੇ ਸਿੱਖਣ ਅਤੇ ਕੰਮ ਦੇ ਮਾਨ ਸਿਧਾਂਤਾਂ ਨੂੰ ਅਪਣਾਇਆ ਗਿਆ। ਕੇਂਦਰੀ ਬੋਰਡ ਸਮਾਜ ਕਲਿਆਣ ਦੀ ਸਥਾਪਨਾ 1953 ਵਿੱਚ ਹੋਈ, ਜਿਸ ਦਾ ਕੰਮ ਭਾਰਤ ਵਿੱਚ ਪੂਰਵ ਮੁੱਢਲੀ ਸਿੱਖਿਆ ਨੂੰ ਇੱਕ ਅੰਗ ਨਾ ਮੰਨ ਕੇ ਕਲਿਆਣਕਾਰੀ ਕੰਮ ਦੇ ਰੂਪ ਵਿੱਚ ਪ੍ਰਵਾਨ ਕੀਤਾ ਗਿਆ। ਗਾਇਸ ਜਿਹੜੀਆਂ ਇਸਵੀਆਂ ਲਿਖੀਆਂ ਹੋਈਆਂ ਨੇ, ਪਲੀਜ਼ ਇਹਨਾਂ ਨੂੰ ਧਿਆਨ ਨਾਲ ਤੁਸੀਂ ਆਪਣੀ ਨੋਟਬੁੱਕ ਤੇ ਰਿਟਨ ਕਰ ਲਿਓ, ਕਿਉਂਕਿ ਇਹ ਮੋਸਟ ਇੰਪੋਰਟੈਂਟ ਨੇ। ਜਿਹੜੇ ਤੁਹਾਡੇ MCQs ਪੁੱਛੇ ਜਾਂਦੇ ਆ, ਇਹਨਾਂ ਦੇ ਵਿੱਚੋਂ ਹੀ ਮੇਨ MCQs ਪੁੱਛੇ ਜਾਣਗੇ, ਕਿਉਂਕਿ ਨਾਰਮਲ ਜਦੋਂ ਵੀ ਕੋਈ ਵੀ ਪੋਸਟ ਆਉਂਦੀ ਹੈ ਤਾਂ ਜਿਹੜੀ ਨਾਰਮਲ ਬੁੱਕ ਆਉਂਦੀ ਹੈ ਉਹਦੇ ਵਿੱਚ ਪ੍ਰੋਪਰ ਉਹ ਚੀਜ਼ ਨਹੀਂ ਹੁੰਦੀ ਜਿਹੜੀ ਕਿ ਇਹਨਾਂ ਵਿੱਚ ਡੀਪਲੀ ਥਿਊਰੀ ਦੇ ਵਿੱਚ ਤੁਹਾਨੂੰ ਪ੍ਰੋਵਾਈਡ ਕੀਤੀ ਗਈ ਹੈ। 1952 ਵਿੱਚ ਬਾਲ ਕਲਿਆਣ ਪ੍ਰੀਸ਼ਦ ਦੀ ਸਥਾਪਨਾ ਕੀਤੀ ਗਈ, ਜਿਸ ਦੇ ਲਈ ਅਧਿਆਪਕਾਂ ਨੂੰ ਟ੍ਰੇਨਿੰਗ ਦੇਣ ਦੇ ਲਈ ਸਭ ਤੋਂ ਪਹਿਲਾਂ 1952 ਵਿੱਚ ਦਿੱਲੀ ਵਿੱਚ ਟ੍ਰੇਨਿੰਗ ਸੈਂਟਰ ਖੋਲ੍ਹੇ ਗਏ, ਜਿਹੜੇ ਟੀਚਰਸ ਨੂੰ ਉਹਨਾਂ ਨੂੰ ਟ੍ਰੇਨਿੰਗ ਪ੍ਰੋਵਾਈਡ ਕੀਤੀ ਗਈ ਸੀ। ਤੇ ਇਹ ਚੀਜ਼ ਤੁਹਾਨੂੰ MCQ 'ਚ ਪੁੱਛੀ ਜਾ ਸਕਦੀ ਹੈ। ਬਾਅਦ ਵਿੱਚ ਹੋਰਨਾਂ ਰਾਜਾਂ ਵਿੱਚ ਇਹਨਾਂ ਨੂੰ ਖੋਲ੍ਹਿਆ ਗਿਆ, ਜਿਨ੍ਹਾਂ ਵਿੱਚ ਹਜ਼ਾਰਾਂ ਵਿਦਿਆਰਥੀ ਅਧਿਆਪਕਾਂ ਟ੍ਰੇਨਿੰਗ ਪ੍ਰਾਪਤ ਕਰ ਰਹੀਆਂ ਹਨ। ਪੂਰਵ ਮੁੱਢਲੀ ਸਿੱਖਿਆ ਦੇ ਖੇਤਰ ਵਿੱਚ ਕੇਂਦਰੀ ਸਿੱਖਿਆ ਮੰਤਰਾਲੇ ਦੀ ਭੂਮਿਕਾ ਪ੍ਰਸ਼ੰਸਾਯੋਗ ਰਹੀ ਹੈ। ਰਾਸ਼ਟਰੀ ਸਿੱਖਿਆ ਖੋਜ ਟ੍ਰੇਨਿੰਗ ਪ੍ਰੀਸ਼ਦ, ਜਿਸ ਦਾ ਉਦੇਸ਼ ਪੂਰਵ ਮੁੱਢਲੀ ਸਿੱਖਿਆ ਸੰਬੰਧੀ ਸਿੱਖਿਆ ਦਾ ਆਰੰਭ ਕਰਨਾ ਅਤੇ ਉਹਨਾਂ ਸਮੱਸਿਆ ਨੂੰ ਖਤਮ ਕਰਨਾ ਹੈ। ਉਸ ਤੋਂ ਬਾਅਦ ਦੇਖੋ ਗਾਇਸ, ਹੁਣ ਇਹਦੇ ਵਿੱਚ ਕਿੰਨੇ ਛੋਟੇ-ਛੋਟੇ ਪੁਆਇੰਟਸ ਨੇ, ਤੁਸੀਂ ਪਲੀਜ਼ ਰਿਟਨ ਕਰ ਲਿਓ, ਹਾਈਲਾਈਟ ਕਰ ਲਿਓ ਆਪਣੇ। ਉਸ ਤੋਂ ਬਾਅਦ ਇਹਨਾਂ ਨੇ ਅਲੱਗ-ਅਲੱਗ ਰਾਈਟਰਸ ਦੇ ਡੈਫੀਨੇਸ਼ਨ ਪ੍ਰੋਵਾਈਡ ਕੀਤੀਆਂ ਹੋਈਆਂ, ਜਿਵੇਂ ਕਿ ਅਰਸਤੂ ਹੋ ਗਿਆ, ਪਲੂਟੋ ਹੋ ਗਿਆ, ਕਾਂਟ ਹੋ ਗਿਆ। ਆਪਾਂ ਅਰਸਤੂ ਦੀ ਡੈਫੀਨੇਸ਼ਨ ਨੂੰ ਆਪਾਂ ਇੱਕ ਵਾਰ ਰੀਡ ਆਊਟ ਕਰ ਲੈਂਦੇ ਹਾਂ। ਸਿੱਖਿਆ ਸਿਹਤਮੰਦ ਸਰੀਰ ਵਿੱਚ ਸਿਹਤਮੰਦ ਮਸਤਕ ਦਾ ਵਿਕਾਸ ਕਰਦੀ ਹੈ। ਇਹ ਆਪਣੇ ਕੋਲ ਅਰਸਤੂ ਦੀ ਵਰਡਿੰਗਸ ਆ। ਪਲੂਟੋ ਕੀ ਕਹਿੰਦੇ ਰਾਈਟਰ ਆਪਣੇ ਕੋਲ? ਸਿੱਖਿਆ ਨਾਲ ਮੇਰਾ ਮਤਲਬ ਉਸ ਸਿਖਲਾਈ ਤੋਂ ਹੈ ਜੋ ਚੰਗੀਆਂ ਆਦਤਾਂ ਦੁਆਰਾ ਬੱਚੇ ਵਿੱਚ ਚੰਗੀ ਨੈਤਿਕਤਾ ਦਾ ਵਿਕਾਸ ਕਰਦੀ ਹਨ। ਕਾਂਟ ਕੀ ਕਹਿੰਦੇ ਨੇ? ਸਿੱਖਿਆ ਵਿਅਕਤੀ ਦੀ ਉਸ ਪੂਰਨਤਾ ਦਾ ਵਿਕਾਸ ਹੈ ਜਿਸ ਤੇ ਉਹ ਪਹੁੰਚ ਸਕਦਾ ਹੈ। ਇਹਦੇ ਵਿੱਚ ਆਪਣੇ ਕੋਲ ਕੀ ਹੈ? ਪੂਰਵ ਮੁੱਢਲੀ ਸਿੱਖਿਆ ਦਾ ਅਰਥ ਆਪਾਂ ਕੀ ਕਹਿ ਸਕਦੇ ਹਾਂ ਕਿ ਵੀ ਉੱਪਰ ਜਿਹੜੀ ਪਰਿਭਾਸ਼ਾ ਦਿੱਤੀ ਹੋਈ ਹੈ ਉਹਨਾਂ ਦਾ ਕੀ ਅਰਥ ਨਿਕਲਦਾ। ਉੱਪਰ ਦਿੱਤੀਆਂ ਗਈਆਂ ਪਰਿਭਾਸ਼ਾ ਦੇ ਅਨੁਸਾਰ ਅਸੀਂ ਕਹਿ ਸਕਦੇ ਹਾਂ ਕਿ ਸਿੱਖਿਆ ਬੱਚਿਆਂ ਦੀਆਂ ਆਦਤਾਂ, ਮਨੋਵਿਰਤੀਆਂ ਜਾਂ ਫਿਰ ਰੁਚੀਆਂ ਚੰਗੀ ਨੈਤਿਕਤਾ ਦਾ ਵਿਕਾਸ ਕਰਦੀ ਹੈ। ਇਹ ਹੀ ਸਿੱਖਿਆ ਬੱਚਿਆਂ ਦੇ ਮਨ ਨੂੰ ਸਿਹਤਮੰਦ ਕਰਦੀ ਹੈ, ਜਿਸ ਨੂੰ ਹਾਸਲ ਕਰਕੇ ਉਹ ਇੱਕ ਸੰਪੂਰਨ ਮਾਨਵ ਬਣਨ ਦੇ ਲਈ ਤਿਆਰ ਹੁੰਦਾ ਹੈ। ਇਸ ਨਾਲ ਉਸਦੀ ਚਰਿੱਤਰ ਦਾ ਨਿਰਮਾਣ ਹੁੰਦਾ ਹੈ ਅਤੇ ਮਸਤਿਸ਼ਕ ਦੀ ਸ਼ਕਤੀ ਵੱਧਦੀ ਹੈ ਅਤੇ ਬੁੱਧੀ ਦਾ ਵਿਕਾਸ ਹੁੰਦਾ ਹੈ। ਮਨੁੱਖ ਆਪਣੇ ਪੈਰਾਂ ਤੇ ਖੜਾ ਹੋ ਸਕਦਾ ਹੈ। ਐਜੂਕੇਸ਼ਨ ਸ਼ਬਦ ਦੀ ਜੋ ਉਤਪਤੀ ਹੈ ਲੈਟਿਨ ਭਾਸ਼ਾ ਦੇ ਦੋ ਸ਼ਬਦਾਂ ਐਜੂਕੇਟਮ ਅਤੇ ਐਜੂਕੇਅਰ ਤੋਂ ਹੋਈ ਮੰਨੀ ਜਾਂਦੀ ਹੈ। ਗਾਇਸ ਇਹ ਮੋਸਟ ਇੰਪੋਰਟੈਂਟ ਲਾਈਨ ਆ, ਜਿਸ ਦਾ ਸ਼ਬਦੀ ਅਰਥ ਹੈ ਅੰਦਰੂਨੀ ਵਿਚਾਰਾਂ ਨੂੰ ਬਾਹਰ ਲਿਆਉਣਾ। ਬੱਚਾ ਪੜ੍ਹਦਾ ਹੈ, ਸੁਣਦਾ ਹੈ, ਸਮਝਦਾ ਹੈ, ਲਿਖਦਾ ਹੈ, ਲੇਕਿਨ ਇਹ ਸਭ ਤਾਂ ਹੀ ਸੰਭਵ ਹੈ ਜਦੋਂ ਇੱਕ ਸਿੱਖਿਅਕ ਅਧਿਆਪਕ ਦੇ ਦੁਆਰਾ ਸਹੀ ਤਰੀਕੇ ਨਾਲ ਸਮਝਾਇਆ ਜਾਵੇ ਅਤੇ ਸਮਝ ਕੇ ਬੱਚਾ ਆਪਣੇ ਸ਼ਬਦਾਂ ਦੁਆਰਾ ਉਸ ਨੂੰ ਪ੍ਰਗਟ ਕਰੇ, ਨਾ ਕਿ ਰਟਾਇਆ ਜਾਵੇ, ਕਿਉਂਕਿ ਰਟਣ ਦਾ ਉਲਟ ਹੈ ਭੁੱਲਣਾ। ਇਸ ਲਈ ਰਟਿਆ ਹੋਇਆ ਬਹੁਤ ਛੇਤੀ ਭੁੱਲ ਜਾਂਦਾ ਹੈ ਅਤੇ ਸਮਝਾਇਆ ਹੋਇਆ ਆਪਣੇ ਸ਼ਬਦ ਵਿੱਚ ਪ੍ਰਗਟ ਕੀਤਾ ਜਾ ਸਕਦਾ, ਤੇ ਇਹਨੂੰ ਆਪਾਂ ਕੀ ਕਹਿ ਸਕਦੇ ਹਾਂ? ਸਿੱਖਿਆ। ਉਸ ਤੋਂ ਬਾਅਦ ਕੀ ਕਹਿੰਦੇ ਨੇ? ਪ੍ਰਕਿਰਿਆ ਕੀ ਕਹਿੰਦੇ ਨੇ? ਸਿੱਖਿਆ ਇੱਕ ਦੋ ਮੁਖੀ ਪ੍ਰਕਿਰਿਆ ਵਾ, ਜਿਵੇਂ ਕਿ ਆਪਾਂ ਪਹਿਲਾਂ ਵਾਲੀ ਵੀਡੀਓ 'ਚ ਵੀ ਪੜ੍ਹਿਆ ਸੀ। ਐਡਮਸ ਨੇ ਸਿੱਖਿਆ ਦੀ ਪ੍ਰਕਿਰਿਆ ਨੂੰ ਦੋ ਮੁਖੀ ਪ੍ਰਕਿਰਿਆ ਮੰਨਿਆ ਹੈ।
ਆਪ ਦੇ ਅਨੁਸਾਰ ਸਿੱਖਿਆ ਇੱਕ ਅਜਿਹੀ ਪ੍ਰਕਿਰਿਆ ਹੈ ਜਿਸ ਵਿੱਚ ਵਿਅਕਤੀ ਦੂਜੇ ਵਿਅਕਤੀ ਨੂੰ ਗਿਆਨ ਪ੍ਰਦਾਨ ਕਰਕੇ ਉਸ ਦੇ ਵਿਵਹਾਰ ਨੂੰ ਵਿਕਸਿਤ ਅਤੇ ਤਬਦੀਲ ਕਰਦਾ ਹੈ, ਜਿਸ ਵਿੱਚ ਅਧਿਆਪਕ ਅਤੇ ਸਿਖਿਆਰਥੀ ਦੋਵੇਂ ਹਨ। ਇਸ ਵਿੱਚ ਅਧਿਆਪਕ ਮਾਰਗਦਰਸ਼ਨ ਕਰਦਾ ਹੈ ਅਤੇ ਵਿਦਿਆਰਥੀ ਉਹਨਾਂ ਨੂੰ ਗ੍ਰਹਿਣ ਕਰਦਾ ਹੈ। ਇੱਕ ਦੂਜੇ ਦੇ ਸਹਿਯੋਗ ਤੋਂ ਬਿਨਾਂ ਸਿੱਖਿਆ ਦੇ ਉਦੇਸ਼ ਨੂੰ ਹਾਸਲ ਕਰਨਾ ਅਸੰਭਵ ਹੈ। ਉਸ ਤੋਂ ਕੀ ਕਹਿੰਦੇ ਸਿੱਖਿਆ ਤ੍ਰੈਮੁਖੀ ਪ੍ਰਕਿਰਿਆ ਕਿਉਂ ਆ? ਜਾਨ ਡੀਵੀ ਨੇ ਸਿੱਖਿਆ ਨੂੰ ਤ੍ਰੈਮੁਖੀ ਪ੍ਰਕਿਰਿਆ ਮੰਨਿਆ ਹੈ। ਆਪ ਦਾ ਕਹਿਣਾ ਹੈ ਕਿ ਸਿੱਖਿਆ ਅਤੇ ਅਧਿਆਪਕ ਅਤੇ ਸਿੱਖਿਆ ਪਾਠਕ੍ਰਮ ਤੋਂ ਬਿਨਾਂ ਸਿੱਖਿਆ ਨੂੰ ਸਹੀ ਦਿਸ਼ਾ ਨਹੀਂ ਦੇ ਸਕਦੇ। ਸਿੱਖਿਆ ਵਿੱਚ ਇਹਨਾਂ ਤਿੰਨਾਂ ਤੱਤਾਂ ਦਾ ਪਰਸਪਰ ਸਹਿਯੋਗ ਜ਼ਰੂਰੀ ਹੈ। ਬਾਲਕ ਨੂੰ ਉਸ ਸਮਾਜ ਵਿੱਚ ਜਿਸ ਵਿੱਚ ਉਹ ਰਹਿੰਦਾ ਹੈ ਉਸ ਦਾ ਗਿਆਨ ਇਕੱਤਰ ਕਰਨਾ ਪੈਂਦਾ ਹੈ। ਇਸ ਗਿਆਨ ਨੂੰ ਆਪਣੇ ਪਾਠਕ੍ਰਮ ਦਾ ਰੂਪ ਦਿੱਤਾ ਹੈ। ਸਿੱਖਿਆ ਬਹੁਤ ਮੁਖੀ ਪ੍ਰਕਿਰਿਆ ਵਾ। ਅੱਜ ਇਹ ਸਮਝਾਇਆ ਜਾਂਦਾ ਹੈ ਕਿ ਸਿੱਖਿਆ ਦੇਣ ਲਈ ਕੋਈ ਹਾਂਜੀ ਗਾਇਸ ਮੈਂ ਦੁਬਾਰਾ ਰੀਡ ਕਰਵਾਨੀ ਹੈ, ਐਕਚੁਅਲੀ ਕੋਈ ਕਲਾਇੰਟ ਆ ਗਈ ਸੀ, ਆਮ ਸੌਰੀ। ਸਿੱਖਿਆ ਤ੍ਰੈਮੁਖੀ ਪ੍ਰਕਿਰਿਆ ਹੈ। ਜੌਨ ਡੀਵੀ ਨੇ ਸਿੱਖਿਆ ਨੂੰ ਤ੍ਰੈਮੁਖੀ ਪ੍ਰਕਿਰਿਆ ਮੰਨਿਆ ਹੈ। ਆਪ ਦਾ ਕਹਿਣਾ ਹੈ ਕਿ ਅਧਿਆਪਕ ਅਤੇ ਸਿੱਖਿਆ ਪਾਠਕ੍ਰਮ ਤੋਂ ਬਿਨਾਂ ਸਿੱਖਿਆ ਨੂੰ ਸਹੀ ਦਿਸ਼ਾ ਨਹੀਂ ਦੇ ਸਕਦੇ। ਸਿੱਖਿਆ ਵਿੱਚ ਇਹਨਾਂ ਤਿੰਨਾਂ ਤੱਤਾਂ ਦਾ ਪਰਸਪਰ ਸਹਿਯੋਗ ਜ਼ਰੂਰੀ ਹੈ। ਬਾਲਕ ਨੂੰ ਉਸ ਸਮਾਜ ਵਿੱਚ ਜਿਸ ਵਿੱਚ ਉਹ ਰਹਿੰਦਾ ਹੈ ਉਸ ਦਾ ਗਿਆਨ ਇਕੱਤਰ ਕਰਨਾ ਪੈਂਦਾ ਹੈ। ਇਸ ਗਿਆਨ ਨੂੰ ਆਪਣੇ ਪਾਠਕ੍ਰਮ ਦਾ ਰੂਪ ਦਿੱਤਾ ਹੈ। ਨੰਬਰ 3 ਸਿੱਖਿਆ ਬਹੁਮੁਖੀ ਪ੍ਰਕਿਰਿਆ ਹੈ। ਅੱਜ ਇਹ ਸਮਝਿਆ ਜਾਂਦਾ ਹੈ ਕਿ ਸਿੱਖਿਆ ਦੇ ਲਈ ਕੋਈ ਨਿਸ਼ਚਿਤ ਸਮਾਂ ਨਹੀਂ ਹੁੰਦਾ। ਇਹ ਕਦੇ ਵੀ ਕਿਸੇ ਵੀ ਉਮਰ ਵਿੱਚ ਗ੍ਰਹਿਣ ਕੀਤੀ ਜਾ ਸਕਦੀ ਹੈ। ਅੱਜ ਸਿੱਖਿਆ ਨੂੰ ਹਰੇਕ ਵਿਅਕਤੀ ਦੀਆਂ ਲੋੜਾਂ ਅਤੇ ਸਹੂਲਤਾਂ ਦੇ ਅਨੁਸਾਰ ਉਮਰ ਦੇ ਵੱਖ-ਵੱਖ ਭਾਗਾਂ ਦੇ ਅਨੁਕੂਲ ਬਣਾਉਣ ਤੇ ਜ਼ੋਰ ਦਿੱਤਾ ਜਾ ਰਿਹਾ ਹੈ, ਜਿਸ ਦੇ ਲਈ ਵਾਸਤਵਿਕ ਤੌਰ ਤੇ ਸਰਕਾਰ ਨੇ ਬਾਲਵਾੜੀ, ਆਂਗਣਵਾੜੀ, ਪ੍ਰੌੜ ਸਿੱਖਿਆ ਦਾ ਆਰੰਭ ਕੀਤਾ ਹੈ। ਸਿੱਖਿਆ ਨੂੰ ਸਕੂਲਾਂ ਦੀਆਂ ਦੀਵਾਰਾਂ ਤੱਕ ਹੀ ਸੀਮਿਤ ਨਹੀਂ ਰੱਖਿਆ ਜਾ ਸਕਦਾ। ਸਭ ਪ੍ਰਕਾਰ ਦੀਆਂ ਸੰਸਥਾਵਾਂ ਸਭ ਨੂੰ ਸਮਾਜਿਕ, ਆਰਥਿਕ, ਰਾਜਨੀਤਿਕ, ਧਾਰਮਿਕ, ਪੇਸ਼ਾਵਰ ਅਤੇ ਹੋਰ ਕਈ ਪ੍ਰਕਾਰ ਦੀਆਂ ਸਿੱਖਿਆਵਾਂ ਪ੍ਰਦਾਨ ਕਰਦੀਆਂ ਹਨ। ਤਾਂ ਇਸ ਤੋਂ ਬਾਅਦ ਕੀ ਕਹਿੰਦੇ ਨੇ ਸਿੱਖਿਆ ਦਾ ਸੰਖੇਪ ਅਰਥ ਕੀ ਆ? ਹੁਣ ਆਪਾਂ ਜਿੰਨਾ ਵੀ ਰੀਡ ਆਊਟ ਕੀਤਾ ਵਾ ਉਸ ਤੋਂ ਬਾਅਦ ਤੁਸੀਂ ਸੰਖੇਪ ਅਰਥ ਜਿਹੜਾ ਆਪਣੇ ਕੋਲ ਪੜ੍ਹ ਸਕਦੇ ਹੋ ਸਿੱਖਿਆ ਦਾ। ਇੱਕ ਵਾਰ ਮੈਂ ਤੁਹਾਨੂੰ ਰੀਡ ਆਊਟ ਕਰਵਾ ਦਿੰਦੀ ਹਾਂ। ਸੰਖੇਪ ਰੂਪ ਵਿੱਚ ਸਿੱਖਿਆ ਸਿਰਫ ਸਕੂਲ ਸਿੱਖਿਆ ਨੂੰ ਹੀ ਕਹਿੰਦੇ ਹਨ। ਸਕੂਲੀ ਸਿੱਖਿਆ ਨੂੰ ਹੀ ਕਹਿੰਦੇ ਹਨ ਜਿਸ ਦਾ ਇੱਕ ਨਿਸ਼ਚਿਤ ਪਾਠਕ੍ਰਮ, ਨਿਸ਼ਚਿਤ ਅਧਿਆਪਕ, ਨਿਸ਼ਚਿਤ ਵਿਦਿਆਰਥੀ, ਨਿਸ਼ਚਿਤ ਸਮਾਂ ਸਾਰਣੀ ਹੁੰਦੀ ਹੈ ਜੋ ਕਿ ਸਿਰਫ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਵਿੱਚ ਹੀ ਚੱਲਦੀ ਹੈ। ਇਸ ਦ੍ਰਿਸ਼ਟੀ ਤੋਂ ਸਿਰਫ ਸਕੂਲਾਂ ਦਾ ਸਮਾਂ ਹੀ ਸਿੱਖਿਆ ਦਾ ਸਮਾਂ ਮੰਨਿਆ ਗਿਆ ਹੈ। ਇਹ ਪ੍ਰਾਚੀਨ ਕਾਲ ਤੋਂ ਬ੍ਰਹਮਚਾਰੀਆ ਆਸ਼ਰਮ ਤੋਂ ਹੀ ਚੱਲਿਆ ਆ ਰਿਹਾ ਹੈ। ਇਸ ਅਰਥ ਦੇ ਅਨੁਸਾਰ ਸਕੂਲ ਤੋਂ ਪਹਿਲਾਂ ਜਾਂ ਸਕੂਲ ਤੋਂ ਬਾਅਦ ਸਿੱਖਿਆ ਦੀ ਪ੍ਰਕਿਰਿਆ ਨਹੀਂ ਚੱਲਦੀ। ਇਹ ਸਿੱਖਿਆ ਬੱਚਿਆਂ ਦੀ ਰੁਚੀ ਦੇ ਅਨੁਕੂਲ ਨਹੀਂ ਹੁੰਦੀ। ਇਸ ਤੋਂ ਉਹਨਾਂ ਦਾ ਬਹੁਮੁਖੀ ਵਿਕਾਸ ਨਹੀਂ ਹੁੰਦਾ, ਸਿਰਫ ਨਿਰਦੇਸ਼ਨ ਤੱਕ ਹੀ ਸੀਮਿਤ ਰਹਿੰਦੀ ਹੈ। ਬਾਲਕ ਦੀਆਂ ਅੰਦਰੂਨੀ ਸ਼ਕਤੀਆਂ ਦਾ ਵਿਕਾਸ ਵੀ ਇਸ ਦੇ ਦੁਆਰਾ ਸੰਭਵ ਨਹੀਂ ਹੈ। ਕਿਸੇ ਤਰ੍ਹਾਂ ਦਾ ਗਿਆਨ ਜ਼ਬਰਦਸਤੀ ਬੱਚਿਆਂ ਦੇ ਉੱਪਰ ਨਹੀਂ ਥੋਪਣਾ ਚਾਹੀਦਾ। ਇਹ ਤਾਂ ਪ੍ਰਕਿਰਤੀਸ਼ੀਲ ਕਿਰਿਆ ਹੈ ਜੋ ਕਿ ਜਨਮ ਤੋਂ ਮੌਤ ਤੱਕ ਚੱਲਦੀ ਰਹਿੰਦੀ ਹੈ। ਸਿੱਖਿਆ ਦਾ ਵਿਆਪਕ ਅਰਥ ਕੀ ਕਹਿੰਦੇ ਨੇ? ਹੁਣ ਇਹ ਵੀ ਆਪਣੇ ਕੋਲ ਮੋਸਟ ਇੰਪੋਰਟੈਂਟ ਆ ਵਿਆਪਕ ਅਰਥ। ਬਸ ਥੋੜਾ ਜਿਹਾ ਕੁਐਸਚਨ ਰਹਿ ਗਿਆ, ਐਕਚੁਅਲੀ ਵੀਡੀਓ ਆਪਣੀ ਬਹੁਤ ਲੌਂਗ ਬਣ ਚੁੱਕੀ ਹੈ, ਬਟ ਥੋੜਾ ਜਿਹਾ ਇਹ ਵੀ ਆਪਾਂ ਰੀਡ ਆਊਟ ਕਰ ਲੈਂਦੇ ਹਾਂ। ਵਿਆਪਕ ਸਿੱਖਿਆ ਦੇ ਅਨੁਸਾਰ ਸਿੱਖਿਆ ਜਨਮ ਤੋਂ ਮੌਤ ਤੱਕ ਚੱਲਣ ਵਾਲੀ ਪ੍ਰਕਿਰਿਆ ਹੈ, ਬਲਕਿ ਭਰੂਣ ਅਵਸਥਾ ਤੋਂ ਹੀ ਆਰੰਭ ਹੋ ਜਾਂਦੀ ਹੈ। ਜਿਵੇਂ ਕਿ ਅਭਿਮਨਿਊ ਦੇ ਚੱਕਰਵਿਊਹ ਤੋੜਨ ਦੀ ਵਿਧੀ ਆਪਣੀ ਮਾਤਾ ਦੀ ਕੁੱਖ ਵਿੱਚ ਹੀ ਸਿੱਖੀ ਸੀ। ਇਸ ਲਈ ਬੱਚਾ ਜਨਮ ਤੋਂ ਲੈ ਕੇ ਮੌਤ ਦਰ ਤੱਕ ਜੋ ਕੁਝ ਸਿੱਖਦਾ ਹੈ ਜਾਂ ਫਿਰ ਮਹਿਸੂਸ ਕਰਦਾ ਹੈ, ਇਹ ਸਭ ਸਿੱਖਿਆ ਦੇ ਵਿਆਪਕ ਅਰਥ ਦੇ ਅਧੀਨ ਆਉਂਦਾ ਹੈ। ਇਸੇ ਸਿੱਖਿਆ ਦੁਆਰਾ ਬੱਚਾ ਹੌਲੀ-ਹੌਲੀ ਆਪਣੇ ਆਪ ਨੂੰ ਵਾਤਾਵਰਣ ਦੇ ਅਨੁਕੂਲ ਬਣਾ ਲੈਂਦਾ ਹੈ। ਅਸਲ ਵਿੱਚ ਜੀਵਨ ਹੀ ਸਿੱਖਿਆ ਹੈ। ਵਿਅਕਤੀ ਆਪਣੇ ਰੋਜ਼ਮਰਰਾ ਦੇ ਕੰਮਾਂ ਦੌਰਾਨ ਆਪਣੇ ਨਜ਼ਦੀਕੀਆਂ ਤੋਂ, ਆਪਣੇ ਮਿੱਤਰਾਂ ਤੋਂ, ਸਮਾਜਿਕ, ਆਰਥਿਕ, ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਤੋਂ ਹਰ ਸਮੇਂ ਕੁਝ ਨਾ ਕੁਝ ਸਿੱਖਦਾ ਰਹਿੰਦਾ ਹੈ। ਇਸ ਤਰ੍ਹਾਂ ਸਿੱਖਿਆ ਦਾ ਖੇਤਰ ਬਹੁਤ ਹੀ ਵਿਸ਼ਾਲ ਹੈ। ਇਸ ਲਈ ਸਿੱਖਿਆ ਉਸ ਵਿਕਾਸ ਦਾ ਨਾਮ ਹੈ ਜੋ ਜਨਮ ਤੋਂ ਲੈ ਕੇ ਮੌਤ ਤੱਕ ਚੱਲਦੀ ਹੈ। ਸਿੱਖਿਆ ਦੇ ਵਾਸਤਵਿਕ ਅਰਥ ਦੇ ਅਧੀਨ ਸਿੱਖਿਆ ਦੇ ਸੰਖੇਪ ਅਤੇ ਵਿਆਪਕ ਦੋਵੇਂ ਹੀ ਦ੍ਰਿਸ਼ਟੀਕੋਣ ਨਿਹਿਤ ਹਨ। ਇਸ ਲਈ ਸਿੱਖਿਆ ਇੱਕ ਅਜਿਹੀ ਪ੍ਰਕਿਰਿਆ ਹੈ ਜੋ ਕਿ ਮਨੁੱਖ ਦੀਆਂ ਜਨਮਜਾਤ ਸ਼ਕਤੀਆਂ ਦੇ ਸੁਭਾਵਿਕ ਅਤੇ ਲਗਾਤਾਰ ਵਿਕਾਸ ਵਿੱਚ ਯੋਗਦਾਨ ਪਾਉਂਦੀ ਹੈ, ਵਿਅਕਤੀਤਵ ਦਾ ਵਿਕਾਸ ਕਰਦੀ ਹੈ, ਵਾਤਾਵਰਣ ਦੇ ਨਾਲ ਅਨੁਕੂਲਨ ਕਰਨ ਵਿੱਚ ਸਹਾਇਤਾ ਪ੍ਰਦਾਨ ਕਰਦੀ ਹੈ, ਉਸ ਨੂੰ ਇੱਕ ਚੰਗਾ ਨਾਗਰਿਕ ਬਣਾਉਣ ਦੇ ਲਈ ਉਸ ਨੂੰ ਆਪਣੇ ਅਧਿਕਾਰਾਂ ਅਤੇ ਕਰਤੱਵਾਂ ਦਾ ਨਿਰਵਾਹ ਕਰਨਾ ਸਿਖਾਉਂਦੀ ਹੈ, ਜਿਸ ਤੋਂ ਉਹ ਆਪਣੇ ਆਪ, ਪਰਿਵਾਰ, ਆਪਣੇ ਸਮਾਜ, ਆਪਣੇ ਦੇਸ਼ ਅਤੇ ਵਿਸ਼ਵ ਦੇ ਲਈ ਲਾਭਕਾਰੀ ਸਿੱਧ ਹੁੰਦਾ ਹੈ। ਗਾਇਸ ਇਸ ਵੀਡੀਓ ਵਿੱਚ ਆਪਾਂ ਪ੍ਰੋਪਰ ਜੋ ਰੀਡ ਆਊਟ ਕੀਤਾ ਵਾ ਪੂਰਵ ਮੁੱਢਲੀ ਸਿੱਖਿਆ ਬਾਰੇ ਆਪਾਂ ਇਨਫੋਰਮੇਸ਼ਨ ਰੀਡ ਕੀਤੀ ਹੈਗੀ, ਉਹਦੀ ਡੈਫੀਨੇਸ਼ਨ ਰੀਡ ਕੀਤੀ ਹੈਗੀ, ਕਿਵੇਂ ਸਟਾਰਟਅਪ ਹੋਈ ਆ, ਆਪਣੇ ਕੋਲ ਕਿਵੇਂ ਡਿਵੈਲਪ ਹੋਈ ਆ। ਬਾਕੀ ਆਪਾਂ ਦੇਖੋ ਜੀ ਮੀਨਿੰਗ ਕਰ ਚੁੱਕੇ ਆ, ਡੈਫੀਨੇਸ਼ਨਸ ਕਰ ਚੁੱਕੇ ਆ। ਹੁਣ ਆਪਾਂ ਅਗਲੀ ਵੀਡੀਓ ਵਿੱਚ ਫੰਕਸ਼ਨ ਕਰਾਂਗੇ, ਫਿਰ ਆਪਾਂ ਇੰਪੋਰਟੈਂਸ ਆਫ
ਜੋ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਆ ਉਹਦੀ ਪੜਾਂਗੇ ਤੇ ਇਸ ਤੋਂ ਇਲਾਵਾ ਇਹਦੇ ਵਿੱਚ ਕਿਹੜੇ ਚੇਂਜਸ ਆਏ ਨੇ, ਡਿਵੈਲਪ ਹੋਈ ਹੈ, ਕਿਵੇਂ ਕਿਵੇਂ ਹੋਈ ਆ, ਉਹਦੇ ਬਾਰੇ ਵੀ ਇਸ ਜੋ ਚੈਪਟਰ 2 ਆ ਇਹਦੇ ਬਾਰੇ ਸਾਰਾ ਕੁਝ ਆਪਾਂ ਪੜਾਂਗੇ। ਜੇਕਰ ਤੁਸੀਂ ਪਹਿਲਾਂ ਵਾਲੀ ਵੀਡੀਓ ਨਹੀਂ ਦੇਖੀਆਂ ਤਾਂ ਪਹਿਲਾਂ ਵਾਲੀ ਵੀਡੀਓ ਵੀ ਜ਼ਰੂਰ ਦੇਖੋ, ਉਹਦੇ ਵਿੱਚ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਦੇ ਰਿਗਾਰਡਿੰਗ। अगर ਤੁਸੀਂ ਗਵਰਨਮੈਂਟ एग्जाम क्रैक करना, अपना टीचिंग लैंग्वेज क्रैक करना चाहते हो तो ਤੁਹਾਨੂੰ ਡੀਪਲੀ ਪੜ੍ਹਨਾ ਪਊਗਾ ਹੀ, ਡੀਪਲੀ ਤੁਹਾਨੂੰ ਰੀਡ ਆਊਟ ਕਰਨਾ ਪਊ, ਖੁਦ ਦੇ ਨੋਟਸ ਕ੍ਰੀਏਟ ਕਰਨੇ ਪੈਣਗੇ, ਤਾਂ ਹੀ ਤੁਸੀਂ ਆਪਣਾ एग्जाम ਕੀ ਬਹੁਤ ਵਧੀਆ ਨੰਬਰਾਂ ਨਾਲ क्रैक ਕਰ ਸਕਦੇ ਹੋ। ਵੀਡੀਓ ਕਿਵੇਂ ਲੱਗੀ, ਹੈਲਪਫੁਲ ਲੱਗੀ, ਵੀਡੀਓ ਨੂੰ ਜ਼ਰੂਰ ਲਾਈਕ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ, ਵੀਡੀਓ ਨੂੰ ਸ਼ੇਅਰ ਕਰਿਓ। ਬਾਏ ਬਾਏ।